हेलो स्टूडेंट्स। हाँ जी बेटा, नेक्स्ट वी विल टॉक अबाउट ब्रिटिश द पैरामाउंट पावर। पैरामाउंट मीनस एक सुप्रीम पावर। ठीक है, ਇੰਨੀਆਂ ਲੜਾਈਆਂ ਲੜਨ ਤੋਂ ਪਿੱਛੋਂ ਇਹਨੇ ਲੋਕਾਂ ਨੂੰ ਹਰਾਉਣ ਤੋਂ ਪਿੱਛੋਂ ਹੁਣ ਬ੍ਰਿਟਿਸ਼ ਜਿਹੜੇ ਆ ਕਾफ़ੀ ਜ਼ਿਆਦਾ ਸ਼ਕਤੀਸ਼ਾਲੀ ਹੋ ਗਏ ਸੀ। ਠੀਕ ਹੈ, ਕਿਉਂਕਿ ਬਹੁਤ ਸਾਰਾ ਪਾਰਟ ਜਿਹੜਾ ਇੰਡੀਆ ਦਾ ਉਹਨਾਂ ਦੇ ਅੰਡਰ ਕੰਟਰੋਲ ਆ ਗਿਆ ਸੀ ਔਰ ਜਗ੍ਹਾ ਜਗ੍ਹਾ ਦਾ ਰੈਵਨਿਊ ਇਹਨਾਂ ਕੋਲ ਆ ਗਿਆ ਸੀ। ਜਿਹੜਾ ਕੰਪਨੀ ਦਾ ਖਰਚਾ ਸੀ ਉਹ ਵੀ ਉਹਨਾਂ ਨੂੰ ਨਹੀਂ ਕਰਨਾ ਪੈ ਰਿਹਾ ਸੀ। ਠੀਕ ਹੈ, ਤਾਂ ਹੁਣ ਉਹ ਇੱਕ ਕਾफ़ੀ ਸ਼ਕਤੀਸ਼ਾਲੀ ਪਾਵਰ ਦੇ ਰੂਪ ਵਿੱਚ ਸਾਹਮਣੇ ਆ ਗਏ ਸੀ। ਈਸਟ ਇੰਡੀਆ ਕੰਪਨੀ ਅੰਡਰ ਲਾਰਡ ਹੇਸਟਿੰਗਸ ਜਿਹੜਾ ਹੈਗਾ ਰਾਜੇ ਇੰਡੀਆ ਦਾ ਗਵਰਨਰ ਜਨਰਲ ਬਣਿਆ ਸੀ 1813 ਤੋਂ ਲੈ ਕੇ 23 ਤੱਕ। ਠੀਕ ਹੈ, ਤਾਂ ਉਸਨੇ ਜਿਹੜੀ ਹੈ ਇਹ ਪਾਲਿਸੀ ਪੈਰਾਮਾਊਂਟਸੀ ਵਾਲੀ ਪਾਲਿਸੀ ਸ਼ੁਰੂ ਕੀਤੀ ਸੀ। ਠੀਕ ਹੈ, they did become so and not only annexed most parts of India including Punjab in 1849 but also established indirect rule in Afghanistan in 1842। ਤਾਂ ਕੀ ਹੋਇਆ ਰਾਜੇ, ਜਿਹੜਾ ਇੰਨੀਆਂ ਮਤਲਬ ਕਾਫੀ ਸਾਰੇ ਜਿਹੜੇ ਇਲਾਕੇ ਹੈ ਕੰਪਨੀ ਨੇ ਜਿੱਤ ਲਏ ਸੀ ਤਾਂ ਹੁਣ ਉਹਨਾਂ ਦਾ ਜਿਹੜਾ ਪੂਰਾ ਧਿਆਨ ਸੀ। ਲੇਕਿਨ ਪੰਜਾਬ ਜੋ ਹੈ, ਪੰਜਾਬ ਦੇ ਲੋਕ ਬਹੁਤ ਇੱਕ ਬਹਾਦਰ ਕੌਮ ਹੈ, ਤਾਂ ਇਸ ਕਰਕੇ ਪੰਜਾਬ ਨੂੰ ਉਹ ਹਾਲੇ ਤੱਕ ਆਪਣੇ ਅੰਡਰ ਕੰਟਰੋਲ ਨਹੀਂ ਕਰ ਸਕੇ ਸੀ। ਤਾਂ ਹੁਣ ਉਹਨਾਂ ਨੇ ਆਪਣਾ ਸਾਰਾ ਧਿਆਨ ਜਿਹੜਾ ਹੈਗਾ ਇਸ ਪਾਸੇ ਵੱਲ ਮੋੜਿਆ। ਦੂਸਰੇ ਪਾਸੇ ਰਸ਼ੀਆ ਵੀ ਇੱਕ ਬਹੁਤ ਵੱਡੀ ਸ਼ਕਤੀ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਸੀ। ਠੀਕ ਹੈ, ਤਾਂ ਅੰਗਰੇਜ਼ਾਂ ਨੂੰ ਲੱਗਿਆ ਕਿ ਰਸ਼ੀਆ ਹੁਣ ਹੌਲੀ ਹੌਲੀ ਏਸ਼ੀਆ ਵੱਲ ਵਧੇਗਾ ਅਤੇ ਮਤਲਬ ਨਾਰਥ ਵਾਲੇ ਪਾਸਿਓਂ ਕਿਤੇ ਉਹ ਇੰਡੀਆ ਦੇ ਵਿੱਚ ਦਾਖਲ ਨਾ ਹੋ ਜਾਵੇ। ਜੇ ਰਸ਼ੀਆ ਇੰਡੀਆ ਦੇ ਵਿੱਚ ਆ ਗਿਆ ਤਾਂ ਸਾਡੀ ਸ਼ਕਤੀ ਨੂੰ ਘਟਾ ਦੇਵੇਗਾ। ਠੀਕ ਹੈ, ਤਾਂ ਇਸ ਕਰਕੇ ਉਹਨਾਂ ਨੇ ਜਦੋਂ ਪੰਜਾਬ ਵੱਲ ਧਿਆਨ ਦਿੱਤਾ ਤਾਂ ਪਹਿਲਾਂ ਤਾਂ ਰਾਜੇ ਮਹਾਰਾਜਾ ਰਣਜੀਤ ਸਿੰਘ ਜੋ ਹੈ ਬਹੁਤ ਹੀ ਪਾਵਰਫੁਲ ਰੂਲਰ ਸੀ। ਠੀਕ ਹੈ, ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਰਹੇ ਉਦੋਂ ਤੱਕ ਇਹਨਾਂ ਦੀ ਕੋਈ ਵਾਹ ਨਾ ਚੱਲੀ। ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਨੂੰ ਆਪਣਾ ਜਿਹੜਾ ਪੰਜਾਬ ਸੀ ਉਹ ਬ੍ਰਿਟਿਸ਼ ਰਾਜ ਦੇ ਅੰਡਰ ਕੰਟਰੋਲ ਨਹੀਂ ਕਰਨ ਦਿੱਤਾ। ਲੇਕਿਨ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋ ਗਈ। ਤਾਂ ਉਹਨਾਂ ਦੀ ਡੈਥ ਤੋਂ ਬਾਅਦ ਹੁਣ ਜਿਹੜੇ ਉਦੋਂ ਬਾਅਦ ਕੋਈ ਵੀ ਇੰਨਾ ਸ਼ਕਤੀਸ਼ਾਲੀ ਰੂਲਰ ਨਹੀਂ ਰਿਹਾ ਸੀ। ਇਸ ਕਰਕੇ ਹੌਲੀ ਹੌਲੀ ਇਹਨਾਂ ਨੇ ਪੰਜਾਬ ਨੂੰ ਵੀ 1849 ਦੇ ਵਿੱਚ ਆਪਣੇ ਅੰਡਰ ਕੰਟਰੋਲ ਵਿੱਚ ਕਰ ਲਿਆ। ਠੀਕ ਹੈ, ਆਪਣਾ ਅਧਿਕਾਰ ਕਰ ਲਿਆ ਪੰਜਾਬ ਦੇ ਉੱਪਰ ਵੀ, ਅਤੇ ਅਫਗਾਨਿਸਤਾਨ ਦੇ ਵੀ ਕਈ ਇਲਾਕੇ ਇਹਨਾਂ ਨੇ ਜਿੱਤ ਲਏ ਸੀ ਤਾਂ ਕਿ ਜਿਹੜਾ ਹੈਗਾ ਰਸ਼ੀਆ ਨੂੰ ਇੱਥੋਂ ਮਤਲਬ ਕੋਈ ਰਸਤਾ ਨਾ ਮਿਲੇ ਅਤੇ ਰਸ਼ੀਆ ਇੰਡੀਆ ਦੇ ਵਿੱਚ ਐਂਟਰ ਨਾ ਕਰ ਸਕੇ। ਹਾਂਜੀ, ਨੈਕਸਟ ਹੈ ਡਾਕਟਰਿਨ ਆਫ ਲੈਪਸ। ਹੁਣ ਡਾਕਟਰਿਨ ਆਫ ਲੈਪਸ ਕੀ ਸੀ? ਇਹ ਇੱਕ ਨਵਾਂ ਸਿਧਾਂਤ ਇਹਨਾਂ ਨੇ ਅਡੋਪਟ ਕੀਤਾ ਸੀ ਜਿਹਦੇ ਅਕੋਰਡਿੰਗਲੀ ਇਹ ਇਸ ਦੀ ਪ੍ਰੋਵੀਜ਼ਨ ਸੀ ਕਿ ਜੇਕਰ ਕੋਈ ਵੀ ਜਿਹੜਾ ਇੰਡੀਅਨ ਕਿੰਗ ਹੈ ਉਸ ਦਾ ਆਪਣਾ ਕੋਈ ਬੇਟਾ ਨਹੀਂ ਹੋਏਗਾ। ਵੈਸੇ ਤਾਂ ਜਿਹੜਾ ਰਾਜਾ ਹੁੰਦਾ ਰਾਜੇ ਤੋਂ ਪਿੱਛੋਂ ਉਸਦਾ ਪੁੱਤਰ ਉਸਦਾ ਮਤਲਬ ਸਾਰੇ ਦਾ ਸਾਰਾ ਐਮਪਾਇਰ ਸੰਭਾਲਦਾ ਹੈ। ਲੇਕਿਨ ਅਗਰ ਰਾਜੇ ਦਾ ਆਪਣਾ ਪੁੱਤਰ ਹੈ ਹੀ ਨਹੀਂ ਤਾਂ ਫਿਰ ਇਹਨਾਂ ਨੇ ਇਹ ਕਹਿ ਦਿੱਤਾ ਸੀ ਕਿ ਉਸ ਰਾਜੇ ਦੀ ਜਿਹੜੀ ਵੀ ਟੈਰੀਟਰੀ ਹੈ ਉਸ ਦਾ ਜੋ ਸਾਮਰਾਜ ਹੈ ਉਹ ਡਾਇਰੈਕਟਲੀ ਅੰਗਰੇਜ਼ਾਂ ਕੋਲ ਚਲਿਆ ਜਾਏਗਾ। ਠੀਕ ਹੈ, ਤਾਂ ਇਸ ਤਰ੍ਹਾਂ ਇਹਨਾਂ ਨੇ ਕਈ ਸਾਰੇ ਜਿਹੜੇ ਇਲਾਕੇ ਆਪਣੇ ਅੰਡਰ ਕੰਟਰੋਲ ਕਰ ਰਹੇ ਸੀ। ਆ ਤੁਸੀਂ ਦੇਖ ਰਹੇ ਹੋ ਸਟੇਟ ਆਫ ਸਤਾਰਾ ਇਨ 1848 ਦੇ ਵਿੱਚ। ਠੀਕ ਹੈ, ਔਰ ਸਟੇਟ ਆਫ ਸੰਬਲਪੁਰ ਇਨ 1850 ਦੇ ਵਿੱਚ, ਉਦੈਪੁਰ 1852 ਦੇ ਵਿੱਚ, ਔਰ ਝਾਂਸੀ ਇਨ 1857 ਦੇ ਵਿੱਚ। ਠੀਕ ਹੈ, ਝਾਂਸੀ ਦੀ ਰਾਣੀ ਦੇ ਬਾਰੇ ਤੁਸੀਂ ਬਹੁਤ ਸੁਣਿਆ ਹੋਇਆ। ਤਾਂ ਉਹਨਾਂ ਦਾ ਵੀ ਜਿਹੜਾ ਝਾਂਸੀ ਦਾ ਰਾਜਾ ਸੀ ਉਸਦਾ ਵੀ ਆਪਣਾ ਕੋਈ ਪੁੱਤਰ ਨਹੀਂ ਸੀ। ਠੀਕ ਹੈ, ਲੇਕਿਨ ਉਹਨੇ ਇੱਕ ਪੁੱਤਰ ਮਤਲਬ ਅਡੋਪਟ ਕਰਨਾ ਚਾਹਿਆ ਸੀ, ਗੋਦ ਲੈਣਾ ਚਾਹਿਆ ਸੀ, ਲੇਕਿਨ ਅੰਗਰੇਜ਼ਾਂ ਨੇ ਉਸ ਨੂੰ ਇਸ ਦੀ ਇਜਾਜ਼ਤ ਨਹੀਂ ਦਿੱਤੀ ਸੀ। ਤਾਂ ਇਸ ਕਰਕੇ ਰਾਣੀ ਝਾਂਸੀ ਨੇ ਇਹਨਾਂ ਦੇ ਨਾਲ, ਲక్ష్ਮੀ ਬਾਈ ਨੇ ਅੰਗਰੇਜ਼ਾਂ ਦੇ ਨਾਲ ਯੁੱਧ ਲੜਿਆ ਔਰ ਮਰਦੇ ਦਮ ਤੱਕ ਉਹ ਮਤਲਬ ਉਹਨਾਂ ਨਾਲ ਯੁੱਧ ਲੜਦੀ ਰਹੀ। ਉਸ ਦੇ ਮਰਨ ਤੋਂ ਪਿੱਛੋਂ ਅੰਗਰੇਜ਼ਾਂ ਨੇ ਝਾਂਸੀ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ। ਠੀਕ ਹੈ, ਤਾਂ ਇਸ ਤਰ੍ਹਾਂ ਇਹਨਾਂ ਨੇ ਕਈ ਸਾਰੇ ਇਲਾਕੇ ਆਪਣੇ ਕੰਟਰੋਲ ਵਿੱਚ ਕਰ ਲਏ ਸੀ। ਹੁਣ ਉਹਨਾਂ ਨੇ ਇੰਨਾ ਵੱਡਾ ਜਿਹੜਾ ਸਾਮਰਾਜ ਖੜਾ ਕਰ ਲਿਆ ਸੀ, ਨੀਅਰ ਅਬਾਊਟ ਪੂਰੇ ਇੰਡੀਆ ਦੇ ਉੱਪਰ ਆਪਣਾ ਅਧਿਕਾਰ ਕਰ ਲਿਆ ਸੀ। ਤਾਂ ਨੈਕਸਟ ਕੀ ਹੋਇਆ, ਸੈਟਿੰਗ ਅਪ ਅ ਨਿਊ ਐਡਮਿਨਿਸਟ੍ਰੇਸ਼ਨ। ਹੁਣ ਇੰਨਾ ਵੱਡਾ ਸਾਮਰਾਜ ਬਣਾ ਤਾਂ ਲਿਆ ਸੀ ਤਾਂ ਉਸ ਨੂੰ ਐਡਮਿਨਿਸਟਰ ਵੀ ਕਰਨਾ ਸੀ, ਉਸ ਦਾ ਜਿਹੜਾ ਸਾਰਾ ਮਤਲਬ ਸਾਮਰਾਜ ਨੂੰ ਢੰਗ ਤਰੀਕੇ ਨਾਲ ਚਲਾਉਣਾ ਵੀ ਸੀ। ਤਾਂ ਉਸ ਦੇ ਲਈ ਇਹਨਾਂ ਨੇ ਕਈ ਨਵੇਂ ਸਟੈਪਸ ਲਏ। 1773 ਦੇ ਵਿੱਚ ਵਾਰਨ ਹੇਸਟਿੰਗਸ ਇੰਡੀਆ ਦਾ ਗਵਰਨਰ ਜਨਰਲ ਬਣ ਗਿਆ ਸੀ। ਠੀਕ ਹੈ, ਜਿਹੜਾ ਕਿ 85 ਤੱਕ ਰਿਹਾ। ਤਾਂ ਉਸਨੇ ਐਡਮਿਨਿਸਟ੍ਰੇਸ਼ਨ ਨੂੰ ਨਵੇਂ ਤਰੀਕੇ ਨਾਲ ਚਲਾਉਣ ਵਾਸਤੇ ਕਈ ਸਾਰੇ ਸਟੈਪਸ ਲਏ। ਕੀ ਸਟੈਪਸ ਲਏ ਉਸਨੇ? ਹੀ ਡਿਵਾਈਡਡ ਐਡਮਿਨਿਸਟ੍ਰੇਸ਼ਨ ਇਨਟੂ 3 ਪ੍ਰੈਜ਼ੀਡੈਂਸੀ। ਸਭ ਤੋਂ ਪਹਿਲਾਂ ਉਸਨੇ ਜਿਹੜਾ ਪੂਰਾ ਇੰਡੀਆ ਸੀ ਉਸ ਨੂੰ 3 ਪ੍ਰੈਜ਼ੀਡੈਂਸੀਜ਼ ਦੇ ਵਿੱਚ ਡਿਵਾਈਡ ਕਰ ਦਿੱਤਾ। ਬੰਬੇ ਪ੍ਰੈਜ਼ੀਡੈਂਸੀ, ਮਦਰਾਸ ਪ੍ਰੈਜ਼ੀਡੈਂਸੀ ਐਂਡ ਬੰਗਾਲ ਪ੍ਰੈਜ਼ੀਡੈਂਸੀ। ਠੀਕ ਹੈ, ਪ੍ਰੈਜ਼ੀਡੈਂਸੀ ਜਿਵੇਂ ਕਿ ਲਾਈਕ ਐਜ਼ ਅ ਸਟੇਟ ਤੁਸੀਂ ਕਹਿ ਲਓ।
Next, he also codified laws with the help of Hindu Pandits and Muslim Muftis to do justice as per the law prevailing in the country। ਤਾਂ ਉਸਨੇ ਅਗਲਾ ਜਿਹੜਾ ਸਟੈਪ ਚੁੱਕਿਆ ਉਹ ਕੀ ਸੀ ਕਿ ਜੋ ਨਿਆਂ ਦਾ ਜਿਹੜਾ ਇੰਡੀਆ ਦੇ ਵਿੱਚ ਸਿਸਟਮ ਸੀ, ਠੀਕ ਹੈ, ਲੋਕਾਂ ਦੇ ਨਾਲ ਜਸਟਿਸ ਕਰਨ ਦਾ ਜੋ ਸਿਸਟਮ ਸੀ, ਪਹਿਲਾਂ ਕੌਣ ਕਰਦਾ ਸੀ? ਹਿੰਦੂਆਂ ਦੇ ਵਿੱਚ ਜਿਹੜੇ ਪੰਡਿਤ ਹੁੰਦੇ ਸੀ ਉਸ ਨੂੰ ਮਤਲਬ ਸਭ ਤੋਂ ਵੱਡਾ, ਜਿਵੇਂ ਅੱਜ ਕੱਲ੍ਹ ਆਪਾਂ ਕੋਰਟਸ ਬਣਾਉਣੇ ਆ, ਜੱਜ ਹੈ ਨਾ, ਕੋਰਟਸ ਦੇ ਵਿੱਚ ਹੁੰਦੇ ਨੇ, ਜੱਜ ਫੈਸਲੇ ਕਰਦੇ ਹੈ, ਤਾਂ ਉਸ ਟਾਈਮ 'ਤੇ ਕੌਣ ਫੈਸਲੇ ਕਰਦਾ ਹੁੰਦਾ ਸੀ? ਹਿੰਦੂ ਕਮਿਊਨਿਟੀ ਦੇ ਵਿੱਚ ਪੰਡਿਤ ਫੈਸਲੇ ਕਰਦਾ ਸੀ ਔਰ ਮੁਸਲਿਮ ਕਮਿਊਨਿਟੀ ਦੇ ਵਿੱਚ ਮੁਫਤੀ ਹੁੰਦੇ ਸੀ, ਠੀਕ ਹੈ, ਜਿਹੜੇ ਜਸਟਿਸ ਲੋਕਾਂ ਦੇ ਨਾਲ ਕਰਦੇ ਸੀ। ਤਾਂ ਉਹਨਾਂ ਦੀ ਸਹਾਇਤਾ ਨਾਲ ਕਿਹੜਾ ਕਿਸ ਤਰ੍ਹਾਂ ਦਾ ਸਿਸਟਮ ਚੱਲ ਰਿਹਾ ਉਸ ਨੂੰ ਇਹਨੇ ਨਵੇਂ ਸਿਰੇ ਤੋਂ ਕੋਡੀਫਾਈ ਕੀਤਾ। ਉਸ ਨੂੰ ਪੜ੍ਹ ਕੇ ਉਸ ਨੇ ਮਤਲਬ ਜੋ ਸਿਸਟਮ ਸੀ ਉਹਨੂੰ ਦੇਖ ਕੇ ਕਿ ਇਹਦੇ ਵਿੱਚ ਕੀ ਕੀ ਹੋਰ ਚੇਂਜਸ ਕੀਤੀਆਂ ਜਾ ਸਕਦੀਆਂ। ਤਾਂ ਉਸਨੇ ਕੀ ਕੀਤਾ? ਉਸਨੇ ਕੋਰਟਸ ਐਸਟੈਬਲਿਸ਼ ਕੀਤੀਆਂ। ਦੋ ਤਰ੍ਹਾਂ ਦੀਆਂ ਕੋਰਟ ਸੀ, ਕ੍ਰਿਮੀਨਲ ਕੋਰਟ ਔਰ ਸਿਵਲ ਕੋਰਟ। ਕ੍ਰਿਮੀਨਲ ਕੋਰਟ ਮੀਨਸ ਫੌਜਦਾਰੀ ਅਦਾਲਤ, ਜਿੱਥੇ ਲੋਕਾਂ ਦੇ ਮਤਲਬ ਲੜਾਈ ਝਗੜਿਆਂ ਦੇ, ਕੋਈ ਮਾਰ ਕਟਾਈ ਦੇ ਇਹੋ ਜਿਹੇ ਫੈਸਲੇ, ਝਗੜੇ ਜਿਹੜੇ ਲੈ ਕੇ ਜਾਂਦੇ ਸੀ ਉਹਨਾਂ ਦੇ ਫੈਸਲੇ ਕੀਤੇ ਜਾਂਦੇ ਸੀ। ਦੂਸਰੇ ਪਾਸੇ ਸਿਵਲ ਕੋਰਟ ਦੇ ਵਿੱਚ ਜਿਹੜੀਆਂ ਦੀਵਾਨੀ ਅਦਾਲਤ ਸੀ, ਜਿਹਦੇ ਵਿੱਚ ਲੋਕਾਂ ਦੇ ਕੋਈ ਰੁਪਏ ਪੈਸੇ ਦੇ ਝਗੜੇ ਹੈ, ਠੀਕ ਹੈ, ਕੋਈ ਜ਼ਮੀਨ ਜਾਇਦਾਦ ਦਾ, ਇਸ ਤਰ੍ਹਾਂ ਦੇ ਮਤਲਬ ਛੋਟੇ ਮੋਟੇ ਝਗੜਿਆਂ ਦੇ ਫੈਸਲੇ ਕੀਤੇ ਜਾਂਦੇ ਸੀ। ਨੈਕਸਟ ਹੀ ਆਲਸੋ ਅਪੋਇੰਟਡ ਕਲੈਕਟਰਸ ਟੂ ਕਲੈਕਟ ਰੈਵਨਿਊ ਐਂਡ ਟੂ ਮੇਨਟੇਨ ਲਾਅ ਐਂਡ ਆਰਡਰ। ਤਾਂ ਹੋਰ ਇਸਨੇ ਕੀ ਨਵਾਂ ਕੀਤਾ? ਇਸਨੇ ਕਲੈਕਟਰ ਜਿਹੜੇ ਹੈ, ਇੱਕ ਆਫਿਸਰ ਤੁਸੀਂ ਕਹਿ ਸਕਦੇ ਹੋ, ਉਹ ਅਪੋਇੰਟ ਕੀਤੇ। ਜੇ ਉਹਨਾਂ ਦਾ ਇਹ ਕੰਮ ਹੁੰਦਾ ਸੀ ਕਿ ਉਹ ਉਸ ਜੋ ਵੀ ਏਰੀਆ ਉਹਨਾਂ ਦੇ ਅੰਡਰ ਕੰਟਰੋਲ ਆਉਂਦਾ ਸੀ, ਜਿਵੇਂ ਕਿ ਕੋਈ ਡਿਸਟ੍ਰਿਕਟ ਦੀ ਤਰ੍ਹਾਂ ਉਹਨਾਂ ਨੂੰ ਦੇ ਦਿੱਤਾ, ਤਾਂ ਉਹ ਪੂਰੇ ਡਿਸਟ੍ਰਿਕਟ ਦੇ ਵਿੱਚ ਉਹ ਜਿਹੜਾ ਰੈਵਨਿਊ ਹੁੰਦਾ ਸੀ ਉਹ ਕਲੈਕਟ ਕਰਕੇ ਕੰਪਨੀ ਨੂੰ ਦਿੰਦੇ ਸੀ, ਕੰਪਨੀ ਨਹੀਂ ਕਹਿ ਲਓ, ਬ੍ਰਿਟਿਸ਼ ਲੋਕਾਂ ਨੂੰ ਦਿੰਦੇ ਸੀ। ਅਤੇ ਨਾਲ ਨਾਲ ਉੱਥੇ ਜਿਹੜਾ ਹੈਗਾ ਲਾਅ ਐਂਡ ਆਰਡਰ ਨੂੰ ਬਣਾਈ ਰੱਖਣਾ, ਮਤਲਬ ਉੱਥੇ ਕੋਈ ਲੜਾਈ ਝਗੜਾ ਨਾ ਹੋਵੇ, ਸਾਰਾ ਜਿਹੜਾ ਹੈਗਾ ਪੀਸਫੁਲੀ ਇਨਵਾਇਰਨਮੈਂਟ ਹੋਵੇ, ਇੱਦਾਂ ਦਾ ਜਿਹੜਾ ਸਿਸਟਮ ਹੈ ਉਹ ਸਾਰਾ ਕਲੈਕਟਰ ਦੇਖਦਾ ਸੀ, ਠੀਕ ਹੈ। ਇਨ ਆਰਡਰ ਟੂ ਪ੍ਰੋਟੈਕਟ ਦੈਮਸੈਲਵਸ। ਹਾਂਜੀ, ਤਾਂ ਨੈਕਸਟ ਸਟੈਪ ਕੀ ਸੀ ਕੰਪਨੀ ਦਾ? ਕੰਪਨੀ ਆਰਮੀ। ਹੁਣ ਕੰਪਨੀ ਨੇ ਇੰਨਾ ਕੁਛ ਕਰ ਲਿਆ ਸੀ, ਇਹ ਤਾਂ ਹੈ ਨਹੀਂ ਸੀ ਕਿ ਇੰਡੀਆ ਦੇ ਲੋਕ ਜਿਹੜੇ ਚੁੱਪਚਾਪ ਬੈਠ ਕੇ ਆਰਾਮ ਨਾਲ ਉਹਨਾਂ ਨੂੰ ਰਾਜ ਕਰਨ ਦਿੰਦੇ, ਠੀਕ ਹੈ। ਬਹੁਤ ਸਾਰੇ ਉਹਨਾਂ ਦੇ ਰਾਈਵਲ ਸੀ, ਐਨੀਮੀਜ਼ ਸੀ, ਦੁਸ਼ਮਣ ਸੀ। ਇੰਨੇ ਲੋਕਾਂ ਨੂੰ ਹਰਾ ਕੇ ਉਹਨਾਂ ਨੇ ਐਡਾ ਵੱਡਾ ਸਾਮਰਾਜ ਜਿਹੜਾ ਸਾਂਭ ਲਿਆ ਸੀ, ਠੀਕ ਹੈ। ਤਾਂ ਇਸ ਕਰਕੇ ਕੰਪਨੀ ਨੂੰ ਡਰ ਸੀ ਕਿ ਉਹਨਾਂ ਦੇ ਦੁਸ਼ਮਣ ਕਿਤੇ ਦੁਬਾਰਾ ਖੜ੍ਹੇ ਨਾ ਹੋ ਜਾਣ, ਤਾਂ ਉਹਨਾਂ ਨੂੰ ਮੁਕਾਬਲਾ ਕਰਨ ਵਾਸਤੇ ਕੀ ਚਾਹੀਦਾ ਸੀ? ਆਰਮੀ ਚਾਹੀਦੀ ਸੀ, ਠੀਕ ਹੈ। ਟ੍ਰੇਡ ਰਾਈਵਲ ਵੀ ਸੀ, ਜਿਵੇਂ ਸਟਾਰਟਿੰਗ ਦੇ ਵਿੱਚ ਆਪਾਂ ਪੜ੍ਹਿਆ ਸੀ, ਕੋਈ ਫਰੈਂਚ, ਡੱਚ, ਪੋਰਤਗੀਜ਼, ਠੀਕ ਹੈ। ਤਾਂ ਉਹ ਲੋਕ ਇੱਥੇ ਟ੍ਰੇਡ ਕਰਨਾ ਚਾਹੁੰਦੇ ਸੀ, ਇਸ ਕਰਕੇ ਇਹ ਆਪਸ ਦੇ ਵਿੱਚ ਵਿਰੋਧੀ ਬਣ ਗਏ ਸੀ ਔਰ ਇੱਕ ਦੂਜੇ ਦੀਆਂ ਜਿਹੜੀਆਂ ਸ਼ਿਪਸ ਵਗੈਰਾ ਨੇ ਉਹਨਾਂ ਨੂੰ ਸਿੰਕ ਕਰ ਦਿੰਦੇ ਸੀ, ਠੀਕ ਹੈ। ਤਾਂ ਇਸ ਤਰ੍ਹਾਂ ਕੰਪਨੀ ਨੂੰ ਪਤਾ ਸੀ ਕਿ ਕੋਈ ਵੀ ਆ ਕੇ ਦੁਬਾਰਾ ਤੋਂ ਕੋਈ ਨਵੀਂ ਪਾਵਰ ਖੜੀ ਹੋ ਸਕਦੀ ਹੈ, ਤਾਂ ਇਸ ਦੇ ਲਈ ਉਹਨਾਂ ਨੂੰ ਆਰਮੀ ਚਾਹੀਦੀ ਸੀ। ਤਾਂ ਇਹਨਾਂ ਨੇ ਆਰਮੀ ਦੇ ਵਿੱਚ ਨਵੀਂ ਰਿਕਰੂਟਮੈਂਟ ਸ਼ੁਰੂ ਕਰ ਦਿੱਤੀ, ਠੀਕ ਹੈ, ਨਵੇਂ ਲੋਕਾਂ ਨੂੰ ਭਰਤੀ ਕਰਨਾ ਸ਼ੁਰੂ ਕਰ ਦਿੱਤਾ। ਤਾਂ ਹੁਣ ਉਹਨਾਂ ਨੇ ਇੰਡੀਅਨ ਸੋਲਜਰ ਨੂੰ ਭਰਤੀ ਕਰਨਾ ਸਟਾਰਟ ਕਰ ਦਿੱਤਾ, ਠੀਕ ਹੈ। ਅਰਲੀਅਰ ਦੇਅਰ ਵਰ 2 ਟਾਈਪਸ ਆਫ ਸੋਲਜਰ। ਦੋ ਤਰ੍ਹਾਂ ਦੇ ਸੋਲਜਰ ਸੀ ਉੱਥੇ। ਇੱਕ ਸੀ ਸਵਾਰਸ ਕਿਹਨੂੰ ਕਹਿੰਦੇ ਸੀ? ਜਿਹੜੇ ਕਿ ਮਤਲਬ ਘੋੜੇ ਦੇ ਉੱਪਰ ਸਵਾਰ ਹੋ ਕੇ ਜਿਹੜੇ ਲੜਾਈ ਕਰਦੇ ਸੀ, ਠੀਕ ਹੈ। ਦੂਸਰੇ ਸੀ ਪੈਦਲ, ਜਿਹੜੇ ਕਿ ਤੁਸੀਂ ਦੇਖਦੇ ਹੋ ਪਿਕਚਰਸ ਵਗੈਰਾ ਦੇ ਵਿੱਚ ਆਪਾਂ ਦੇਖਦੇ ਹਾਂ, ਪੈਦਲ ਚੱਲ ਰਹੇ ਹੁੰਦੇ ਹੈ, ਪੈਦਲ ਚੱਲ ਕੇ ਲੜਾਈ ਕਰਦੇ ਆ, ਠੀਕ ਹੈ। ਦੇ ਵਰ ਟ੍ਰੇਨਡ ਓਨਲੀ ਇਨ ਆਰਚਰੀ ਐਂਡ ਸਵੋਰਡ ਫਾਈਟਿੰਗ। ਉਹ ਸਿਰਫ ਤੀਰ ਅੰਦਾਜ਼ੀ, ਮਤਲਬ ਤੀਰ ਚਲਾਉਣਾ ਜਾਂ ਫਿਰ ਤਲਵਾਰ ਚਲਾਉਣਾ, ਇਹੋ ਜਿਹੀ ਇਸ ਤਰ੍ਹਾਂ ਦੀ ਲੜਾਈ ਦੇ ਵਿੱਚ ਉਹਨਾਂ ਨੂੰ ਟ੍ਰੇਨ ਕੀਤਾ ਜਾਂਦਾ ਸੀ, ਠੀਕ ਹੈ। ਤਾਂ ਇਹ ਸਾਰਾ ਜਿਹੜਾ ਆਪਾਂ ਪੜ੍ਹ ਚੁੱਕੇ ਹਾਂ ਪੂਰਾ ਲੈਸਨ, ਸ਼ੁਰੂ ਦੇ ਵਿੱਚ ਹੀ ਤੁਸੀਂ ਇਸ ਦਾ ਹੈਡਿੰਗ ਪੜ੍ਹਿਆ, ਫਰੋਮ ਟ੍ਰੇਡ ਟੂ ਟੈਰੀਟਰੀ, ਠੀਕ ਹੈ। ਮੀਨਸ ਕਿ ਵਪਾਰ ਤੋਂ ਟੈਰੀਟਰੀ ਤੱਕ ਹੀ ਕਿਵੇਂ ਪਹੁੰਚੇ ਸੀ। ਇਹ ਸਾਰਾ ਆਪਾਂ ਰਾਜੇ ਡਿਸਕਸ ਕਰ ਚੁੱਕੇ ਹਾਂ ਕਿ ਕਿਵੇਂ ਕੀ ਹੱਥਕੰਡੇ ਅਪਣਾ ਕੇ ਕੰਪਨੀ ਜਿਹੜੀ ਆ ਉਹ ਇੱਥੋਂ ਦੀ ਮਤਲਬ ਰਾਜਾ ਬਣ ਕੇ ਬੈਠ ਗਈ ਸੀ, ਠੀਕ ਹੈ। ਦਸ ਵੀ ਕੈਨ ਕਮ ਟੂ ਦ ਕੰਕਲੂਜਨ ਐਜ਼ ਪਰ ਦ ਟਾਈਟਲ ਦੈਟ ਅ ਕੰਪਨੀ ਦੈਟ ਐਂਟਰਡ ਇੰਡੀਆ ਇਨ ਆਰਡਰ ਟੂ ਟ੍ਰੇਡ। ਜਿਹੜੀ ਕੰਪਨੀ ਟ੍ਰੇਡ ਕਰਨ ਲਈ ਇੰਡੀਆ ਦੇ ਵਿੱਚ ਆਈ ਸੀ, ਫਾਈਨਲੀ ਗੇਨਡ ਪਾਰ ਓਵਰ ਦ ਟੈਰੀਟਰੀਜ਼ ਆਫ ਇੰਡੀਆ ਐਂਡ ਬਿਕੇਮ ਦ ਰੂਲਰ ਆਫ ਆਰ ਕੰਟਰੀ, ਠੀਕ ਹੈ। ਹੌਲੀ ਹੌਲੀ ਉਹ ਇੱਕ ਕਰਕੇ ਸਾਰੀਆਂ ਟੈਰੀਟਰੀ ਦੇ ਉੱਪਰ ਆਪਣਾ ਅਧਿਕਾਰ ਕਰਦੀ ਗਈ ਔਰ ਆਖਿਰ ਦੇ ਵਿੱਚ ਪੂਰੇ ਇੰਡੀਆ ਦੀ ਰੂਲਰ ਬਣ ਕੇ ਬੈਠ ਗਈ, ਠੀਕ ਹੈ ਬੇਟਾ। ਇਹ ਆਪਣਾ ਲੈਸਨ ਸੀ ਔਰ ਵੀਡੀਓਜ਼ ਤੁਸੀਂ ਵਾਰ-ਵਾਰ ਸੁਣਨੀਆਂ ਬੇਟਾ, ਤਾਂ ਕਿ ਤੁਹਾਨੂੰ ਅੱਛੀ ਤਰ੍ਹਾਂ ਲੈਸਨ ਸਮਝ ਆ ਜਾਵੇ। ਓਕੇ ਬੇਟਾ, ਥੈਂਕ ਯੂ।